ਹੈਲੋ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਅੱਜ ਦਾ ਆਪਣਾ ਟੌਪਿਕ ਪ੍ਰੀ ਪ੍ਰਾਇਮਰੀ ਐਜੂਕੇਸ਼ਨ ਇਨ ਨਿਊ ਨੈਸ਼ਨਲ ਪੋਲਿਸੀ 2020 ਹੈ। ਨਿਊ ਐਜੂਕੇਸ਼ਨ ਪੋਲਿਸੀ ਜੋ ਕਿ ਹਾਲ ਦੀ ਘੜੀ 2020 ਵਿੱਚ ਲਾਗੂ ਕੀਤੀ ਗਈ ਹੈ ਔਰ ਜਿਸ ਦਾ ਡਰਾਫਟ 2019 ਵਿੱਚ ਪੇਸ਼ ਕੀਤਾ ਗਿਆ ਸੀ, ਜਿਸ ਦੇ ਵਿੱਚ ਕਈ ਤਰ੍ਹਾਂ ਦੇ ਬਦਲਾਅ ਆਪਾਂ ਨੂੰ ਦੇਖਣ ਨੂੰ ਮਿਲਦੇ ਹਨ, ਚਾਹੇ ਉਹ ਕਰਿਕੂਲਮ ਰਿਗਾਰਡਿੰਗ ਹੋਣ, ਚਾਹੇ ਉਹ ਅਕੈਡਮਿਕਲੀ ਹੋਣ ਅਤੇ ਚਾਹੇ ਉਹ ਟੀਚਰ ਦੇ ਰਿਗਾਰਡਿੰਗ ਹੋਣ। ਕਈ ਤਰ੍ਹਾਂ ਦੇ ਬਦਲਾਅ ਜੋ ਕਿ ਆਪਾਂ ਨੂੰ ਇਸ ਦੇ ਵਿੱਚ ਦੇਖਣ ਨੂੰ ਮਿਲਦੇ ਹਨ ਅਤੇ ਆਪਣੇ ਭਾਰਤ ਦੇ ਇਤਿਹਾਸ ਦੇ ਵਿੱਚ ਮੰਨਿਆ ਗਿਆ ਹੈ ਕਿ ਇਹ ਇੱਕ ਇਹੋ ਜਿਹੀ ਐਜੂਕੇਸ਼ਨ ਪੋਲਿਸੀ ਹੈ ਜੋ ਕਿ ECCE ਜਾਂ ਕਹਿ ਲਈਏ ਕਿ ਪ੍ਰੀ ਪ੍ਰਾਇਮਰੀ ਐਜੂਕੇਸ਼ਨ ਨੂੰ ਕਾਫੀ ਮਹੱਤਤਾ ਦਿੰਦੀ ਹੈ। ਆਓ ਇਸ ਦੇ ਬਾਰੇ ਆਪਾਂ ਜ਼ਿਆਦਾ ਵਧੇਰੇ ਪੜ੍ਹਦੇ ਹਾਂ, ਪਰ ਉਸ ਤੋਂ ਪਹਿਲਾਂ ਜਾਣਨਾ ਜ਼ਰੂਰੀ ਹੈ ਕਿ ਨਿਊ ਐਜੂਕੇਸ਼ਨ ਪੋਲਿਸੀ ਕੀ ਹੈ ਅਤੇ ਇਸ ਦੇ ਵਿੱਚ ਕੀ ਬਦਲਾਅ ਆਏ ਹਨ ਅਤੇ ਇਹ ਕਿਸ ਤਰ੍ਹਾਂ ਪ੍ਰੀ ਪ੍ਰਾਇਮਰੀ ਐਜੂਕੇਸ਼ਨ ਨੂੰ बढ़ावा दे रही है। तो आओ इस दे बारे ਆਪਾਂ ਜਾਣਦੇ ਹਨ ਨਿਊ ਐਜੂਕੇਸ਼ਨ ਪੋਲਿਸੀ ਕੀ ਹੈ। ਨਿਊ ਐਜੂਕੇਸ਼ਨ ਪੋਲਿਸੀ ਭਾਰਤ ਦੇ ਇਤਿਹਾਸ ਦੇ ਵਿੱਚ 1964 ਤੋਂ 2020 ਤੱਕ ਇਹ ਇੱਕ ਤੀਸਰੀ ਐਜੂਕੇਸ਼ਨ ਪੋਲਿਸੀ ਹੈ ਜੋ ਕਿ ਭਾਰਤ ਦੇ ਇਤਿਹਾਸ ਦੇ ਵਿੱਚ ਲਾਗੂ ਕੀਤੀ ਗਈ ਹੈ। ਤੋਂ ਪਹਿਲੀ ਗੱਲ ਕਰੀਏ ਤਾਂ ਪਹਿਲੀ ਐਜੂਕੇਸ਼ਨ ਪੋਲਿਸੀ ਜੋ ਕਿ ਕਠਾਰੀ ਕਮਿਸ਼ਨ 1964 ਤੋਂ 1966 ਤੱਕ, ਜਿਸ ਦਾ ਨਾਮ ਉਹਨਾਂ 'ਤੇ ਦੌਲਤ ਰਾਮ ਸਿੰਘ ਕੋਠਾਰੀ ਦੇ ਨਾਮ 'ਤੇ ਲਿੱਤਾ ਗਿਆ ਹੈ। ਤੋ ਪਹਿਲੀ ਐਜੂਕੇਸ਼ਨ ਪੋਲਿਸੀ ਕੋਠਾਰੀ ਕਮਿਸ਼ਨ 1964 ਤੋਂ 1966 ਹੈ ਅਤੇ ਦੂਸਰੀ ਐਜੂਕੇਸ਼ਨ ਪੋਲਿਸੀ ਦੀ ਗੱਲ ਕਰੀਏ ਨੈਸ਼ਨਲ ਪੋਲਿਸੀ ਆਫ ਐਜੂਕੇਸ਼ਨ 1986 ਤੋਂ 1993, ਜੋ ਕਿ 1986 ਵਿੱਚ ਪੇਸ਼ ਕੀਤੀ ਗਈ ਅਤੇ 1993 ਵਿੱਚ ਇਸ ਦੀ ਅਮੈਂਡਮੈਂਟ ਹੋਈ ਲਰਨਿੰਗ ਵਿਦਾਊਟ ਬਰਡਨ ਯਸ਼ਪਾਲ ਕਮੇਟੀ ਦਾ ਨਾਰਾ, ਜੋ ਕਿ 1993 ਵਿੱਚ ਇਸ ਦੀ ਅਮੈਂਡਮੈਂਟ ਦੌਰਾਨ ਪੇਸ਼ ਕੀਤਾ ਗਿਆ। ਤੋ ਆਓ ਤੀਸਰੀ ਐਜੂਕੇਸ਼ਨ ਪੋਲਿਸੀ ਦੀ ਗੱਲ ਕਰਦੇ ਹਾਂ, ਜਿਸ ਦਾ ਡਰਾਫਟ 31 ਮਈ 2019 ਨੂੰ ਪੇਸ਼ ਕੀਤਾ ਗਿਆ। ਕਿਸ ਦੇ ਦੁਆਰਾ ਪੇਸ਼ ਕੀਤਾ ਗਿਆ? ਇਸ ਸ਼ਖਸੀਅਤ ਜੋ ਕਿ ਡਾਕਟਰ ਕੇ ਕਸਤੂਰੀ ਰੰਜਨ ਹਨ, ਇਹਨਾਂ ਦੁਆਰਾ 31 ਮਈ 2019 ਨੂੰ ਡਰਾਫਟ ਪੇਸ਼ ਕੀਤਾ ਗਿਆ ਅਤੇ 29 ਜੁਲਾਈ 2020 ਨੂੰ ਕੈਬਨਿਟ ਆਫ ਇੰਡੀਆ ਮੰਤਰੀ ਮੰਡਲ ਵੱਲੋਂ ਮਾਨਤਾ ਪ੍ਰਾਪਤ ਹੋ ਕੇ ਮਨਜ਼ੂਰੀ ਮਿਲੀ ਅਤੇ ਲਾਗੂ ਕੀਤਾ ਗਿਆ। ਤੋ ਆਓ ਇਸ ਦੇ ਬਾਰੇ ਅੱਗੇ ਪੜ੍ਹਦੇ ਹਾਂ, ਇਸ ਦੇ ਵਿੱਚ ਕੀ ਬਦਲਾਅ ਆਏ ਹਨ ਅਤੇ ਕੀ ਇਸ ਦੇ ਪੜਾਅ ਹਨ। ਨਿਊ ਐਜੂਕੇਸ਼ਨ ਪੋਲਿਸੀ ਇਸ ਦਾ ਮੇਨ ਜਿਹੜਾ ਟੀਚਾ ਹੈ 2 ਕਰੋੜ ਸਕੂਲੋਂ ਡਰਾਪ ਆਊਟ ਬੱਚਿਆਂ ਨੂੰ ਮੁੜ ਸਕੂਲ ਵਿੱਚ ਲੈ ਕੇ ਆਉਂਦਾ ਹੈ। ਡਰਾਪ ਆਊਟ ਬੱਚੇ ਜੋ ਕਿ ਕਿਸੇ ਕਾਰਨ ਸਕੂਲ ਵਿੱਚੋਂ ਵੰਚਿਤ ਹੋ ਗਏ ਹਨ ਅਤੇ ਸਕੂਲ ਵਿੱਚ ਨਹੀਂ ਆ ਰਹੇ, ਉਹਨਾਂ ਨੂੰ ਵਾਪਸ ਸਕੂਲ ਦੇ ਵਿੱਚ ਲੈ ਕੇ ਆਉਣਾ ਹੈ। MHRD ਜੋ ਕਿ ਸਭ ਜਾਣਦੇ ਹਨ, ਮਿਨਿਸਟਰੀ ਆਫ ਹਿਊਮਨ ਰਿਸੋਰਸ ਐਂਡ ਡਿਵੈਲਪਮੈਂਟ ਦਾ ਨਾਮ ਬਦਲ ਕੇ ਮਿਨਿਸਟਰੀ ਆਫ ਐਜੂਕੇਸ਼ਨ ਕਰ ਦਿੱਤਾ ਗਿਆ ਹੈ। ਤੋ ਆਓ ਇਸ ਦੇ ਬਾਰੇ ਜਾਣਦੇ ਹਾਂ। ਇਸ ਦੇ 4 ਪਾਰਟ ਹਨ। ਇਹ ਪਾਰਟ ਅੱਗੇ ਆਪਾਂ ਬਾਰਗ੍ਰਾਫ ਦੇ ਵਿੱਚ ਦੇਖਾਂਗੇ। ਤੋ ਨਵੀਂ ਐਜੂਕੇਸ਼ਨ ਪੋਲਿਸੀ ਇਹ 4 ਭਾਗਾਂ ਦੇ ਵਿੱਚ ਵੰਡੀ ਗਈ ਹੈ, 4 ਸਟੇਜ ਕਹਿ ਸਕਦੇ ਹਾਂ। ਇਹਦੇ 4 ਸਟੇਜ ਫਾਊਂਡੇਸ਼ਨਲ, ਪ੍ਰੀਪੈਰੇਟਰੀ, ਮਿਡਲ ਔਰ ਸੈਕੰਡਰੀ। ਆਓ ਪਹਿਲਾਂ ਆਪਾਂ ਨਜ਼ਰ ਮਾਰੀਏ ਤਾਂ ਆਪਣੀ ਜਿਹੜੀ ਪ੍ਰੀਵੀਅਸ ਐਜੂਕੇਸ਼ਨ ਪੋਲਿਸੀ ਵੱਲ ਦੇਖੀਏ ਤਾਂ ਇਸ ਦੇ 2 ਭਾਗ ਸਨ। ਇਹ 6 ਤੋਂ 16 ਔਰ ਇਹ ਦੂਸਰੀ ਸਟੇਜ 16 ਤੋਂ 18। ਤੋ ਇਹ ਜਿਹੜੀ ਆਪਣੀ ਐਜੂਕੇਸ਼ਨ ਪੋਲਿਸੀ ਹੈ ਨਿਊ ਐਜੂਕੇਸ਼ਨ ਪੋਲਿਸੀ, ਇਸ ਨੂੰ 4 ਭਾਗਾਂ ਵਿੱਚ ਵੰਡਿਆ ਗਿਆ ਹੈ। ਪਰ ਧਿਆਨ ਨਾਲ ਦੇਖੀਏ ਤਾਂ ਆਪਣੇ ਜੋ NTT ਦਾ ਐਗਜ਼ਾਮ ਹੋਣਾ ਹੈ ਪੰਜਾਬ ਸਰਕਾਰ ਵੱਲੋਂ 8393, ਉਸ ਦੇ ਵਿੱਚ ਸਿਲੇਬਸ ਦੇ ਵਿੱਚ ਆਪਾਂ ਨੂੰ ਸਿਰਫ ਫਾਊਂਡੇਸ਼ਨਲ ਸਟੇਜ ਦੇ ਬਾਰੇ ਗੱਲ ਕਰਦੇ ਹਾਂ ਤਾਂ ਇਹ ਸਟੇਜ ਆਪਣੇ ਲਈ ਬਹੁਤ ਹੀ ਮਾਇਨੇ ਰੱਖਦੀ ਹੈ। ਤੋ ਇਸ ਸਟੇਜ ਨੂੰ ਅੱਗੇ 5 ਸਾਲ ਦੀ ਜਿਹੜੀ 5 ਸਾਲ ਦੀ ਸਟੇਜ ਹੈ, ਇਹਨੂੰ 2 ਭਾਗਾਂ ਵਿੱਚ ਵੰਡਿਆ ਗਿਆ ਹੈ। ਪਹਿਲੇ 3 ਸਾਲ 3 ਤੋਂ 6 ਸਾਲ ਇਹ ਆਂਗਣਵਾੜੀ, ਪ੍ਰੀ ਸਕੂਲ, ਬਾਲ ਵਾਟਿਕਾ, ਇਹਦੇ ਵਿੱਚ ਬੱਚੇ ਨੂੰ ਪੇਸ਼ ਕੀਤਾ ਗਿਆ ਹੈ। ਇਸ ਦੇ ਵਿੱਚ ਬੱਚੇ ਨੂੰ ਟੀਚਾ ਰੱਖਿਆ ਗਿਆ ਹੈ ਕਿ ਬੱਚਾ ਇੱਥੇ ਜਾਏਗਾ। ਔਰ ਦੂਸਰੇ 2 ਸਾਲ ਜਿਹੜੇ ਬਚਦੇ ਹਨ 6 ਤੋਂ 8 ਸਾਲ, ਇਹਦੇ ਵਿੱਚ ਬੱਚਾ ਪਹਿਲੀ ਜਮਾਤ ਅਤੇ ਦੂਸਰੀ ਜਮਾਤ ਵਿੱਚ ਦਾਖਲ ਹੋਵੇਗਾ। ਆਓ ਅੱਗੇ ਵੀ ਗੱਲ ਕਰਦੇ ਹਾਂ। ਪ੍ਰੀਪੈਰੇਟਰੀ ਜਿਹੜੀ ਸਟੇਜ ਹੈ ਉਸ ਦੇ ਵਿੱਚ ਅਗਲੇ 3 ਸਾਲ ਤੀਜੀ ਕਲਾਸ ਤੋਂ ਲੈ ਕੇ 5ਵੀਂ ਜਮਾਤ ਤੱਕ ਬੱਚਾ 8 ਸਾਲ ਦੀ ਉਮਰ
ਤੋਂ 11 ਸਾਲ ਦੀ ਉਮਰ ਦੇ ਵਿੱਚ ਇਸ ਤੀਜੀ ਜਮਾਤ ਤੋਂ 5ਵੀਂ ਜਮਾਤ ਦੇ ਵਿੱਚ ਦਾਖਲ ਹੋਏਗਾ। ਮਿਡਲ ਸਟੇਜ ਦੇ ਵਿੱਚ ਏਜ 14 ਤੋਂ 11 ਤੋਂ 14 ਸਾਲ ਜੋ ਕਿ 6ਵੀਂ ਕਲਾਸ ਔਰ 8ਵੀਂ ਕਲਾਸ ਤੱਕ ਦੀ ਬੁਨਿਆਦ ਬਣਦੀ ਹੈ ਉਸ ਦੇ ਵਿੱਚ ਦਾਖਲ ਹੋਵੇਗਾ। ਅਤੇ ਸੈਕੰਡਰੀ ਸਟੇਜ ਜੋ ਕਿ ਅਖੀਰਲੇ 4 ਸਾਲ ਜੋ ਕਿ 14 ਤੋਂ 18। ਤੋਂ ਆਪਾਂ ਅੱਗੇ ਲੈ ਗਾਈਏ ਤਾਂ 8ਵੀਂ ਪਿੱਛੇ ਛੱਡੀ ਸੀ, 8ਵੀਂ 9ਵੀਂ 10ਵੀਂ ਔਰ 11ਵੀਂ ਔਰ 12ਵੀਂ ਕਲਾਸ ਨੂੰ ਇਹ ਕਵਰ ਕਰਦਾ ਹੈ। ਮਤਲਬ ਸੈਕੰਡਰੀ 9th ਤੋਂ +2 ਤੱਕ ਜਿਹੜੀ ਹੈਗੀ ਆ ਇਹ ਸਟੇਜ ਕਵਰ ਕਰਦੀ ਹੈ। ਤੋ ਆਪਣੇ ਲਈ ਜੋ ਮਾਇਨੇ ਹੈ ਉਹ ਹੈਗੇ ਆ ਫਾਊਂਡੇਸ਼ਨਲ ਸਟੇਜ ਮੋਸਟ ਇੰਪੋਰਟੈਂਟ। ਇਹਦੇ ਵਿੱਚੋਂ ਜ਼ਿਆਦਾਤਰ 2 ਤੋਂ 3 ਨੰਬਰ ਦੇ ਕੁਐਸਚਨ ਪੇਪਰ ਵਿੱਚ ਆਉਣ ਦੀ ਸੰਭਾਵਨਾ ਹੈ। ਤੋ ਇਸ ਦੇ ਵਿੱਚ ਆਪਾਂ ਧਿਆਨ ਦਈਏ ਇਸ ਦੇ ਵਿੱਚ ਕੀ ਲਾਗੂ ਕੀਤਾ ਗਿਆ ਹੈ, ਕੀ ਮਾਨਤਾ ਹੈ, ਕਿਹਦੇ ਵੱਲੋਂ ਕੀਤਾ ਗਿਆ ਹੈ, ਇਹੋ ਚੀਜ਼ਾਂ ਆਪਾਂ ਨੂੰ ਯਾਦ ਰੱਖਣ ਬਹੁਤ ਜ਼ਰੂਰੀ ਹਨ। ਤੋ ਇਹ ਜਿਹੜੀ ਸਟੇਜ ਹੈ ਫਾਊਂਡੇਸ਼ਨਲ ਸਟੇਜ, ਇਸ ਨੂੰ 2 ਭਾਗਾਂ ਵਿੱਚ ਵੰਡਿਆ ਗਿਆ ਹੈ 3 ਈਅਰ ਐਂਡ 2 ਈਅਰ। 3 ਈਅਰ ਤੁਹਾਨੂੰ ਪ੍ਰੀਵੀਅਸ ਪੈਰਾਗ੍ਰਾਫ ਦੇ ਵਿੱਚ ਦੱਸਿਆ ਗਿਆ ਸੀਗਾ 3 ਤੋਂ 6 ਸਾਲ। 3 ਤੋਂ 6 ਸਾਲ ਦੇ ਵਿੱਚ ਆਂਗਣਵਾੜੀ, ਪ੍ਰੀ ਸਕੂਲ ਅਤੇ ਬਾਲ ਵਾਟਿਕਾ। ਔਰ ਦੂਸਰੀ ਜੋ ਸਟੇਜ ਹੈ ਉਹ 2 ਸਾਲਾਂ ਦੀ ਸਟੇਜ ਹੈ 6 ਤੋਂ 8 ਸਾਲ। ਇਹਦੇ ਵਿੱਚ ਪਹਿਲੀ ਅਤੇ ਦੂਸਰੀ ਜਮਾਤ ਵਿੱਚ ਬੱਚੇ ਨੂੰ ਰੱਖਿਆ ਗਿਆ ਹੈ। ਤੋ ਆਓ ਆਪਾਂ ਗੱਲ ਕਰਦੇ ਹਾਂ ਇਸ ਦੇ ਵਿੱਚ ECCE ਦੇ ਵੀ ਇਸ ਐਜੂਕੇਸ਼ਨ ਪੋਲਿਸੀ ਦੇ ਵਿੱਚ ECCE ਨੂੰ ਕੀ ਮਾਨਤਾ ਪ੍ਰਾਪਤ ਹੈ ਔਰ ਕੀ ਕੰਮ ਕੀਤੇ ਗਏ ਹਨ। ਇਸ ਦੇ ਵਿੱਚ ਨੈਸ਼ਨਲ ਕੌਂਸਲ ਆਫ ਐਜੂਕੇਸ਼ਨ ਰਿਸਰਚ ਐਂਡ ਟ੍ਰੇਨਿੰਗ ਦੁਆਰਾ ਰਾਸ਼ਟਰੀ ਪਾਠਕ੍ਰਮ ਅਤੇ ਪੈਡਾਗੋਜੀਕਲ ਫਰੇਮਵਰਕ ਬਚਪਨ ਦੀ ਸ਼ੁਰੂਆਤੀ ਅਤੇ ਦੇਖਭਾਲ ਸੰਬੰਧੀ 8 ਸਾਲ ਦੇ ਬੱਚਿਆਂ ਲਈ ਸ਼ੁਰੂ ਕਰੇਗੀ, ਜੋ ਕਿ NCPFECCE ਜੋ NCERT ਵੱਲੋਂ ਤਿਆਰ ਕੀਤਾ ਜਾਵੇਗਾ। ਔਰ ਇਸ ਦੇ 2 ਭਾਗ ਹੋਣਗੇ 0 ਤੋਂ 3 ਸਾਲ ਔਰ 3 ਤੋਂ 8 ਸਾਲ, ਜਿਸ ਦਾ ਟੀਚਾ ਮਾਤਾ ਪਿਤਾ ਅਤੇ ਵਿਦਿਅਕ ਸੰਸਥਾਵਾਂ ਨੂੰ ਦਿਸ਼ਾ ਨਿਰਦੇਸ਼ ਦੇਣਾ ਹੋਵੇਗਾ। ਚਿਲਡਰਨ ਵਿਲ ਲਰਨ ਬਾਏ ਪਲੇ ਬੇਸਡ ਲਰਨਿੰਗ, ਬੱਚਿਆਂ ਨੂੰ ਖੇਲ ਵਿਧੀ ਰਾਹੀਂ ਸਿੱਖਿਆ ਦਿੱਤੀ ਜਾਵੇਗੀ। ਸਾਲ 2030 ਤੱਕ ਸਰਵਵਿਆਪੀ ਪ੍ਰਬੰਧਨ ਬਚਪਨ ਦੇ ਗੁਣਵੱਤਾ ਦੇ ਵਿਕਾਸ, ਦੇਖਭਾਲ ਅਤੇ ਸਿੱਖਿਆ ਲਈ ਯੋਗ ਕਦਮ ਚੁੱਕਣਾ ਇਸ ਦਾ ਏਮ ਹੋਏਗਾ। ਅਤੇ ਆਪਣਾ ਉਸ 2030 ਤੋਂ ਪੂਰਾ ਪਹਿਲਾਂ ਉਸਨੂੰ ਕਰਨਾ ਪੜੇਗਾ। ਤੋ ਦੂਸਰਾ ਇਸ 'ਚ ਆਪਾਂ ਕਰੀਏ ਤਾਂ ਦੇਖੀਏ ਤਾਂ ECCE ਦੇਸ਼ ਵਿੱਚ ਪੂਰਨ ਵਿਕਾਸ ਕਰਨਾ ਇਸ ਦਾ ਉਦੇਸ਼ ਹੈ, ਜਿਸ ਵਿੱਚ ਸਿੱਖਿਆ ਸੰਸਥਾਵਾਂ ਜੋ ਕਿ ਆਪਾਂ ਮੰਨ ਲਈਏ ਆਂਗਣਵਾੜੀ ਸੈਂਟਰ ਉਹ ਆਂਗਣਵਾੜੀ ਸੈਂਟਰ ਜੋ ਸਕੂਲਾਂ ਵਿੱਚ ਚੱਲ ਰਹੇ ਹਨ। ਅਤੇ ਅੱਗੇ ਦੇਖੀਏ ਪ੍ਰੀ ਪ੍ਰਾਇਮਰੀ ਸਕੂਲ ਜੋ 5 ਤੋਂ 6 ਸਾਲ ਦੇ ਬੱਚਿਆਂ ਲਈ ਪ੍ਰਾਇਮਰੀ ਸਕੂਲ ਵਿੱਚ ਬਣਾਏ ਗਏ ਹਨ। ਅਤੇ ਅੱਗੋਂ ਦੇਖੀਏ ਆਪਾਂ ਸਿਰਫ ਪ੍ਰਾਇਮਰੀ ਸਕੂਲ ਜਿਸ ਵਿੱਚ ਸਿੱਖਿਅਤ ਵਰਕਰ ਅਤੇ ਅਧਿਆਪਕ ਪਾਠਕ੍ਰਮ ਸਿੱਖਿਅਤ ਅਤੇ ਬਾਲ ਵਿਕਾਸ ਸੰਬੰਧੀ ਟ੍ਰੇਨਿੰਗ ਦਾ ਜ਼ਿਕਰ ਕੀਤਾ ਗਿਆ ਹੈ। ਤੋ ਅੱਗੇ ਆਪਾਂ ਪੜ੍ਹਦੇ ਹਾਂ ਟੀਚਾ ਮਿਥਿਆ ਗਿਆ ਹੈ ਕਿ 5 ਸਾਲ ਦੀ ਉਮਰ ਤੋਂ ਪਹਿਲਾਂ ਹਰੇਕ ਬੱਚੇ ਨੂੰ ਇੱਕ ਪ੍ਰੀਪਰੇਟਰੀ ਕਲਾਸ ਬਾਲ ਵਾਟਿਕਾ ECCE ਸੰਬੰਧੀ ਯੋਗਤਾ ਪ੍ਰਾਪਤ ਅਧਿਆਪਕਾਂ ਅਧੀਨ ਆਪਣੀ ਜੋ ਪੜ੍ਹਾਈ ਹੈ ਉਹ ਪੂਰਨ ਕਰੇਗਾ। ਇਸ ਕਲਾਸ ਵਿੱਚ ਬੱਚੇ ਦਾ ਸੰਵੇਦਨਾਤਮਕ, ਮਨੋਵਿਗਿਆਨਕ, ਅਕਾਦਮਿਕ ਵਿਕਾਸ ਕਰਨਾ ਇਸ ਦਾ ਉਦੇਸ਼ ਹੋਏਗਾ। ਤੋ ਆਓ ਆਪਾਂ ਅੱਗੇ ਪੜ੍ਹਦੇ ਹਾਂ ਮਿਡ ਡੇ ਮੀਲ ਜੋ ਕਿ ਪ੍ਰਾਇਮਰੀ ਸਕੂਲ ਦੇ ਵਿੱਚ ਸੀਨੀਅਰ ਸੈਕੰਡਰੀ ਸਕੂਲਾਂ ਦੇ ਵਿੱਚ ਬੱਚਿਆਂ ਨੂੰ ਦਿੱਤਾ ਜਾ ਰਿਹਾ ਹੈ। ਉਹ ਹੁਣ ਪ੍ਰੀ ਪ੍ਰਾਇਮਰੀ ਜਮਾਤ ਤੋਂ ਸ਼ੁਰੂ ਕਰ ਦਿੱਤਾ ਜਾਵੇਗਾ ਅਤੇ ਆਂਗਣਵਾੜੀ ਅਧੀਨ ਕੀਤੇ ਜਾ ਰਹੇ ਚੈੱਕਅਪ, ਸਰੀਰਕ ਮਾਪਦੰਡ ਅਤੇ ਓਬਜ਼ਰਵੇਸ਼ਨ, ਗਰੋਥ ਮੋਨੀਟਰਿੰਗ, ਹੈਲਥ ਚੈੱਕਅਪਸ ਜੋ ਕਿ ਕਈ ਪ੍ਰਕਾਰ ਦੇ ਹੈਲਥ ਡਿਪਾਰਟਮੈਂਟ ਦੀ ਸਹਾਇਤਾ ਨਾਲ ਕੀਤੇ ਜਾਂਦੇ ਹਨ, ਉਹ ਹੁਣ ਪ੍ਰੀ ਪ੍ਰਾਇਮਰੀ ਜਮਾਤਾਂ ਵਿੱਚ ਵੀ ਸ਼ੁਰੂ ਕੀਤੀ ਜਾਵੇਗੀ। ਤੋ ਆਓ ਆਪਾਂ ਅੱਗੇ ਦੇਖਦੇ ਹਾਂ ਇਸ ਦੇ ਵਿੱਚ ਕੀ ਗੱਲ ਕੀਤੀ ਗਈ ਹੈ। ECCE ਗੁਣਵੱਤਾ ਨੂੰ ਉੱਪਰ ਚੱਕਣ ਲਈ ਪ੍ਰੀ ਪ੍ਰਾਇਮਰੀ ਸਕੂਲਾਂ ਵਿਖੇ ਨੈਸ਼ਨਲ ਕੌਂਸਲ ਆਫ ਐਜੂਕੇਸ਼ਨ ਰਿਸਰਚ ਅਤੇ ਟ੍ਰੇਨਿੰਗ ਦੁਆਰਾ ਪਾਠਕ੍ਰਮ ਅਤੇ ਪੈਡਾਗੋਜੀਕਲ ਫਰੇਮਵਰਕ ਨੂੰ ਮੱਦੇਨਜ਼ਰ ਰੱਖਦੇ ਹੋਏ ਸਿੱਖਿਅਤ ਯੋਗਤਾ ਰੱਖਦਾ ਹੋਣਾ ਚਾਹੀਦਾ ਹੈ, ਜਿਸ ਦੀ ਕੁਆਲੀਫਿਕੇਸ਼ਨ +2
प्लस ECE आधारित कोर्स जिस दे विच ECC ਦੇ ਸਾਰੇ ਮਾਪਦੰਡ ਕਵਰ ਕਰਦੇ ਹੋਣ, ਜਾਂ ਫਿਰ 1 ਸਾਲਾ ਡਿਪਲੋਮਾ ਕੋਰਸ ਜੋ ECCE ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਹੋਣਾ ਚਾਹੀਦਾ ਹੈ। ਇਹਦੇ ਵਿੱਚ ਆਪਾਂ ਦੇਖੀਏ ਤਾਂ ਕਿ ਜੋ ਕੋਰਸ ਬਹੁਤ ਸਾਰੇ ਵਲੰਟੀਅਰ ਜਾਂ ਪ੍ਰਾਈਵੇਟ ਸਕੂਲਾਂ ਦੇ ਅਧਿਆਪਕਾਂ ਜਾਂ ਇਗਨੋ ਵੱਲੋਂ ਕੀਤਾ ਗਿਆ ਹੈ, ਉਹ ਇਸ ਨੂੰ ਹੀ ਮੱਦੇਨਜ਼ਰ ਰੱਖ ਕੇ ਸਾਰੇ ਆਪਣਾ DECC ਇਸ ਨੂੰ ਕਵਰ ਕਰਦਾ ਹੈ। ਤੋ ਆਓ ਆਪਾਂ ਗੱਲ ਕਰਦੇ ਹਾਂ ਕਿ ਇਹ ਕਿਹਨਾਂ ਦੇ ਸਹਿਯੋਗ ਨਾਲ ਚਲਾਇਆ ਜਾਏਗਾ। ਆਰੰਭਿਕ ਸਿੱਖਿਆ ਨੂੰ ਸਰਵਪੱਖੀ ਰੂਪ ਦੇਣ ਲਈ ਮਨੁੱਖੀ ਸਰੋਤ ਅਤੇ ਵਿਕਾਸ ਮੰਤਰਾਲਿਆ, ਇਸਤਰੀ ਅਤੇ ਬਾਲ ਵਿਕਾਸ ਵਿਭਾਗ, ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਅਤੇ ਜਨਜਾਤੀ ਮੰਤਰਾਲਿਆ ਦੀ ਸਹਿਭਾਗਿਤਾ ਨਾਲ ਇਸ ਨੂੰ ਸੁਚਾਰੂ ਰੂਪ ਪ੍ਰਦਾਨ ਕੀਤਾ ਜਾਵੇਗਾ। ਮਤਲਬ ਕਿ 4 ਵਿਭਾਗਾਂ ਦੇ ਸਹਿਯੋਗ ਨਾਲ ਇਸ ਨੂੰ ECCE ਨੂੰ ਪੂਰਨ ਰੂਪ ਦਿੱਤਾ ਜਾਵੇਗਾ, ਜਿਸ ਦੇ ਵਿੱਚ ਐਜੂਕੇਸ਼ਨ ਮਿਨਿਸਟਰੀ, ਆਪਣਾ ਇਸਤਰੀ ਅਤੇ ਬਾਲ ਵਿਕਾਸ ਵਿਭਾਗ, ਸਿਹਤ ਵਿਭਾਗ ਅਤੇ ਜਨਜਾਤੀ ਮੰਤਰਾਲਿਆ ਇਸ ਦੇ ਵਿੱਚ ਸ਼ਾਮਿਲ ਹੋਣਗੇ। ਤੋ ਆਓ ਆਪਾਂ ਜੋ ਅੱਜ ਕੀਤਾ ਹੈ ਉਸ ਦੇ ਬਾਰੇ ਆਪਾਂ ਥੋੜ੍ਹਾ ਜਿਹਾ ਇੱਕ ਟੈਸਟ ਲੈਂਦੇ ਹਾਂ। ਇਹਨੂੰ ਜ਼ਰੂਰ ਦੇਖਿਆ ਜਾਵੇ, ਇਸ ਦੇ ਵਿੱਚ 1 ਜਾਂ 2 ਕੁਐਸਚਨ ਆਉਣ ਦੀ ਜ਼ਰੂਰ ਸੰਭਾਵਨਾ ਹੋਵੇਗੀ। ਤੋ ਆਪਣਾ ਪਹਿਲਾ ਕੁਐਸਚਨ ਹੈ, ਭਾਰਤ ਦੀ ਸਭ ਤੋਂ ਪਹਿਲਾਂ ਸਿੱਖਿਆ ਨੀਤੀ ਦਾ ਨਾਮ ਦੱਸੋ। ਕੀ ਹੈ ਉਸ ਦੇ ਬਾਰੇ ਆਪਾਂ ਗੱਲ ਕਰਾਂਗੇ ਕਿ ਆਪਾਂ ਪਹਿਲਾਂ ਪੜ੍ਹ ਚੁੱਕੇ ਹਾਂ। ਭਾਰਤ ਦੀ ਜਿਹੜੀ ਸਭ ਨਾਲ ਪਹਿਲਾਂ ਸਿੱਖਿਆ ਨੀਤੀ ਉਹ NCF ਹੈ, ਕੋਠਾਰੀ ਕਮਿਸ਼ਨ ਹੈ, ਨੈਸ਼ਨਲ ਪਾਲਿਸੀ ਆਫ ਐਜੂਕੇਸ਼ਨ ਹੈ, ਨਵੀਂ ਸਿੱਖਿਆ ਨੀਤੀ ਹੈ। ਤੋ ਆਓ ਆਪਾਂ ਗੱਲ ਕਰਦੇ ਹਾਂ ਕਿ ਆਪਣੀ ਪਹਿਲੀ ਐਜੂਕੇਸ਼ਨ ਪੋਲਿਸੀ ਉਹ ਹੈ ਕੋਠਾਰੀ ਕਮਿਸ਼ਨ। ਕੋਠਾਰੀ ਕਮਿਸ਼ਨ ਜੋ ਕਿ ਆਪਾਂ ਪਹਿਲਾਂ ਪੜ੍ਹਿਆ ਹੈ ਦੌਲਤ ਸਿੰਘ ਕੋਠਾਰੀ ਜੀ ਦੁਆਰਾ ਪੇਸ਼ ਕੀਤੀ ਗਈ ਸੀ, ਉਹਨਾਂ ਦੇ ਨਾਮ ਤੋਂ ਹੀ ਇਸ ਨੂੰ ਨਾਮ ਦਿੱਤਾ ਗਿਆ ਹੈ। ਲਰਨਿੰਗ ਵਿਦਆਊਟ ਬਰਡਨ, ਲਓ ਇਸ ਬਾਰੇ ਆਪਾਂ ਪੜ੍ਹਦੇ ਹਾਂ। ਇਹ ਬਹੁਤ ਹੀ ਫੇਮਸ ਇੱਕ ਨਾਰਾ ਹੈ ਜਿਸ ਦੀ ਸ਼ੁਰੂਆਤ 1993 ਵਿੱਚ ਕੀਤੀ ਗਈ। ਤੋ ਆਓ ਇਹ ਕਿਹਦੇ ਦੁਆਰਾ ਦਿੱਤਾ ਗਿਆ ਹੈ, ਤੋ ਆਪਾਂ ਜਾਣਦੇ ਹਾਂ ਯਸ਼ਪਾਲ ਕਮੇਟੀ, ਸਵਰਨ ਸਿੰਘ ਕਮੇਟੀ, ਕੇਸ਼ਵਾਨੰਦ ਭਾਰਤੀ ਕਮੇਟੀ, ਡਾਕਟਰ K ਕਸਤੂਰੀ ਰੰਜਨ ਕਮੇਟੀ। ਤੋ ਇਸ ਦਾ ਸਹੀ ਉੱਤਰ ਹੈ ਯਸ਼ਪਾਲ ਕਮੇਟੀ। ਨਵੀਂ ਸਿੱਖਿਆ ਨੀਤੀ ਦਾ ਡਰਾਫਟ ਕਦੋਂ ਪੇਸ਼ ਕੀਤਾ ਗਿਆ। ਤੋ ਇਸ ਦੇ ਬਾਰੇ ਆਪਾਂ ਪਹਿਲਾਂ ਪੜ੍ਹਿਆ ਹੈ। ਤੋ ਇਸ ਦਾ ਡਰਾਫਟ ਕਦੋਂ ਪੇਸ਼ ਕੀਤਾ ਗਿਆ ਹੈ 30 ਅਪ੍ਰੈਲ 2020, 31 ਮਈ 2019, 31 ਮਈ 2020, 31 ਮਾਰਚ 2019। 30 ਅਪ੍ਰੈਲ 2020 ਇਹ ਬਿਲਕੁਲ ਵੀ ਨਹੀਂ ਆਏਗਾ। ਤੋ 31 ਮਈ 2019 ਇਸ ਰਾਈਟ ਆਂਸਰ। ਨਵੀਂ ਸਿੱਖਿਆ ਨੀਤੀ ਦਾ ਡਰਾਫਟ ਕਿਸ ਦੁਆਰਾ ਪੇਸ਼ ਕੀਤਾ ਗਿਆ। ਸਮ੍ਰਿਤੀ ਇਰਾਨੀ, ਸਵਰਨ ਸਿੰਘ ਕਮੇਟੀ, ਦੌਲਤ ਸਿੰਘ ਕੋਠਾਰੀ, ਡਾਕਟਰ K ਕਸਤੂਰੀ ਰੰਜਨ ਕਮੇਟੀ। ਤੋ ਇਸ ਦਾ ਸਹੀ ਉੱਤਰ ਹੈ ਡਾਕਟਰ K ਕਸਤੂਰੀ ਰੰਜਨ ਕਮੇਟੀ। ਫਾਊਂਡੇਸ਼ਨਲ ਸਟੇਜ ਕਿਸ ਨੂੰ ਕਿਹਾ ਗਿਆ ਹੈ। 3+2 ਸਾਲ, 3 ਸਾਲ, 4 ਸਾਲ, 6 ਸਾਲ। ਤੋ ਆਪਣੀ ਫਾਊਂਡੇਸ਼ਨਲ ਸਟੇਜ ਹੈ 5 ਸਾਲ। ਤੋ 5 ਸਾਲ ਜੋ ਕਿ 2 ਭਾਗਾਂ ਵਿੱਚ ਡਿਵਾਈਡ ਕੀਤੀ ਗਈ ਹੈ, 3 ਅਤੇ 2 ਸਾਲ। ਤੋ ਇਸ ਦਾ ਆਨਸਰ ਹੋਏਗਾ 5 ਸਾਲ 3+2। ਨਵੀਂ ਸਿੱਖਿਆ ਨੀਤੀ ਦਾ ਡਰਾਫਟ ਕਿਸ ਦੁਆਰਾ ਪੇਸ਼ ਕੀਤਾ ਗਿਆ। ਸਮ੍ਰਿਤੀ ਇਰਾਨੀ, ਸਵਰਨ ਸਿੰਘ ਕਮੇਟੀ, ਦੌਲਤ ਸਿੰਘ ਕੋਠਾਰੀ, ਡਾਕਟਰ ਕਸਤੂਰੀ ਰੰਜਨ ਕਮੇਟੀ। ਤੋ ਇਹ ਰਿਪੀਟ ਹੋ ਗਿਆ ਹੈ। ਤੋ ਇਸ ਦਾ ਆਨਸਰ K ਕਸਤੂਰੀ ਰੰਜਨ ਕਮੇਟੀ। ਨਵੀਂ ਸਿੱਖਿਆ ਨੀਤੀ ਦਾ ਟੀਚਾ ਪੂਰਨ ਕਰਨ ਦੀ ਅਵਧੀ ਕਦੋਂ ਤੱਕ ਮਿਥੀ ਗਈ ਹੈ। 2025, 2030, 2027, 2035। ਤੋ ਇਸ ਦਾ ਸਹੀ ਆਨਸਰ ਹੈ 2030। ਇਸ ਦਾ ਆਲ ਓਵਰ ਟੀਚਾ 2030 ਤੋਂ ਪਹਿਲਾਂ ਪੂਰਾ ਹੋਣ ਲਈ ਮਿਥਿਆ ਗਿਆ ਹੈ। ਪ੍ਰੀਪਰੇਟਰੀ ਕਲਾਸ ਪਰਿਭਾਸ਼ਿਤ ਹੁੰਦੀ ਹੈ। ਪ੍ਰੀਪਰੇਟਰੀ ਕਲਾਸ ਪਹਿਲੀ ਜਮਾਤ ਤੋਂ ਬਾਅਦ, ਪਹਿਲੀ ਜਮਾਤ ਤੋਂ ਪਹਿਲਾਂ, ਪਹਿਲੀ ਜਮਾਤ ਦੌਰਾਨ, ਦੂਸਰੀ ਜਮਾਤ। ਤੋ ਪ੍ਰੀਪਰੇਟਰੀ ਕਲਾਸ ਹੈ ਆਪਣੀ ਪਹਿਲੀ ਜਮਾਤ ਤੋਂ ਪਹਿਲਾਂ। ਨੈਸ਼ਨਲ ਕੌਂਸਲ ਆਫ ਐਜੂਕੇਸ਼ਨ ਰਿਸਰਚ ਅਤੇ ਟ੍ਰੇਨਿੰਗ ਦੁਆਰਾ ਪ੍ਰੀ ਪ੍ਰਾਇਮਰੀ ਦੀ ਯੋਗਤਾ ਨਿਰਧਾਰਿਤ ਹੈ।
+2 ECCE कोर्स /NTT। 10वीं BEd ETT। तो इसका सही उत्तर है +2 प्लस ECCE कोर्स ਜਾਂ NTT। ECCE ਨੂੰ ਪੂਰਨ ਰੂਪ ਦੇਣ ਲਈ ਵਿਭਾਗਾਂ ਦੀ ਸਹਿਭਾਗਤਾ ਕਿਹੜੇ ਵਿਭਾਗਾਂ ਦੀ ਸਹਿਭਾਗਤਾ ਹੈ? ਸਿੱਖਿਆ ਵਿਭਾਗ, ਸਿਹਤ ਵਿਭਾਗ, ਇਸਤਰੀ ਅਤੇ ਬਾਲ ਵਿਭਾਗ, ਜਨਜਾਤੀ ਮੰਤਰਾਲੇ ਜਾਂ ਉਪਰੋਕਤ ਸਾਰੇ। तो ਆਪਾਂ ਦੇਖੀਏ ਕਿ ਸਿੱਖਿਆ ਡਿਪਾਰਟਮੈਂਟ ਵੀ ਹੈ, ਹੈਲਥ ਡਿਪਾਰਟਮੈਂਟ ਵੀ ਹੈ ਜਿਸ ਦੇ ਵਿੱਚ ਬੱਚੇ ਦਾ ਚੈੱਕਅਪ ਵਗੈਰਾ ਹੋਏਗਾ, ਇਸਤਰੀ ਅਤੇ ਬਾਲ ਵਿਭਾਗ ਵੀ ਹੈ, तो ਜਨਜਾਤੀ ਮੰਤਰਾਲੇ ਵੀ ਹੈ। ਇਸ ਦਾ ਉੱਤਰ ਹੋਏਗਾ ਉਪਰੋਕਤ ਸਾਰੇ। तो ਜੇਕਰ ਤੁਹਾਨੂੰ ਇਹ ਲੈਕਚਰ ਬਹੁਤ ਵਧੀਆ ਲੱਗਾ ਹੈ ਤਾਂ ਬੈਲ ਬਟਨ ਨੂੰ ਦਬਾਓ ਔਰ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ। ਧੰਨਵਾਦ। ਇਸ ਤਰ੍ਹਾਂ ਹੀ ਅੱਗੇ ਹੀ ਨਵਾਂ ਟੌਪਿਕ ਲੈ ਕੇ ਆਉਂਦੇ ਰਹਾਂਗੇ। तो प्लीज़ सब्सक्राइब शेयर एंड लाइक। थैंक यू। धन्यवाद।